ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਇੰਗਲਿਸ਼ ਲਿਟਰੇਚਰ ਦੀ ਬੁੱਕ ਸਪਲੀਮੈਂਟਰੀ ਰੀਡਰ ਤੇ ਉਹਦਾ ਪੰਜਵਾਂ ਚੈਪਟਰ ਹਾਊ ਮਚ ਲੈਂਡ ਡਜ਼ ਅ ਮੈਨ ਨੀਡ ਬਾਈ ਲਿਓ ਟੋਲਸਟੋਏ। ਇੱਕ ਆਦਮੀ ਨੂੰ ਕਿੰਨੀ ਜ਼ਮੀਨ ਦੀ ਲੋੜ ਹੈਗੀ ਹੈ, ਇਹਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਇਹਦੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈਗਾ What did the two women discuss? Were they related to each other? ਦੋ ਔਰਤਾਂ ਨੇ ਕੀ ਗੱਲਬਾਤ ਕੀਤੀ ਕਿ ਉਹ ਇੱਕ ਦੂਜੇ ਨਾਲ ਸੰਬੰਧਿਤ ਸੀਗੇ, ਇੱਕ ਦੂਜੇ ਨਾਲ ਕਿਵੇਂ ਰਿਸ਼ਤੇ ਦੇ ਵਿੱਚ ਬੰਧੇ ਹੋਏ ਸੀ। ਆਨਸਰ ਹੈਗਾ The two women discussed about town life and village life. ਦੋ ਔਰਤਾਂ ਨੇ ਸ਼ਹਿਰ ਦੇ ਜੀਵਨ ਅਤੇ ਪਿੰਡ ਦੇ ਜੀਵਨ ਬਾਰੇ ਚਰਚਾ ਕੀਤੀ। Both of them were sisters. ਦੋਵੇਂ ਭੈਣਾਂ ਸੀਗੀਆਂ। The older one spoke in praise of town life. ਜਿਹੜੀ ਵੱਡੀ ਮਹਿਲਾ ਸੀ, ਔਰਤ ਸੀ, ਉਹਨੇ ਸ਼ਹਿਰ ਦੇ ਜੀਵਨ ਦੇ ਬਾਰੇ ਵਧੀਆ ਗੱਲਾਂ ਕੀਤੀ, ਪ੍ਰੇਜ਼ ਕੀਤੀ, ਉਹਦੀ ਪ੍ਰਸ਼ੰਸਾ ਕੀਤੀ। The younger one praised country life. ਤੇ ਜਿਹੜੀ ਛੋਟੀ ਵਾਲੀ ਭੈਣ ਸੀ ਉਹਨੇ ਪਿੰਡ ਦੇ ਜੀਵਨ ਦੀ ਤਾਰੀਫ ਕੀਤੀ। ਦੂਜਾ ਸਵਾਲ What did one woman say in defense of rural life? ਪਿੰਡ ਦੇ ਜੀਵਨ ਬਾਰੇ ਜਾਂ ਪਿੰਡ ਦੇ ਜੀਵਨ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਔਰਤ ਨੇ ਕੀ ਕਿਹਾ? What was the counter argument? ਤੇ ਉਸ ਦੇ ਵਿਰੋਧੀ ਜਿਹੜੀ ਦਲੀਲ ਸੀ ਉਹ ਕੀ ਸੀ? ਇਹਦਾ ਜਵਾਬ ਇਹ ਹੈਗਾ ਵੀ ਜਿਹੜੀ ਛੋਟੀ ਭੈਣ ਸੀ ਉਹ ਗੱਲ ਕਰ ਰਹੀ ਸੀ ਵੀ ਪਿੰਡ ਦਾ ਜੀਵਨ ਵੀ ਸੌਖਾ ਹੁੰਦਾ ਹੈ, ਵਧੀਆ ਹੁੰਦਾ ਹੈ, ਟੈਨਸ਼ਨ ਨਹੀਂ ਹੁੰਦੀ। She said that rural life could be rough. ਵੀ ਜਿਹੜਾ ਉਹਨੇ ਕਿਹਾ ਪੇਂਡੂ ਜੀਵਨ ਹੈਗਾ ਉਹ ਔਖਾ ਹੋ ਸਕਦਾ ਹੈ, but it was free from anxiety. ਪਰ ਇਹ ਚਿੰਤਾ ਤੋਂ ਮੁਕਤ ਹੁੰਦਾ, ਅਸੀਂ ਟੈਨਸ਼ਨ ਦੇ ਵਿੱਚ ਨਹੀਂ ਰਹਿੰਦੇ। Villagers might never grow rich. ਜਿਹੜੇ ਪੇਂਡੂ ਲੋਕ ਹੈਗੇ ਨੇ, ਪਿੰਡਾਂ ਦੇ ਲੋਕ ਹੈਗੇ ਨੇ, ਉਹ ਸ਼ਹਿਰਾਂ ਦੇ ਲੋਕਾਂ ਵਾਂਗ ਬੇਸ਼ੱਕ ਕਦੇ ਅਮੀਰ ਨਹੀਂ ਹੋ ਸਕਦੇ, but they always had enough to eat. ਪਰ ਉਹਨਾਂ ਕੋਲ ਹਮੇਸ਼ਾ ਖਾਣ ਲਈ ਕਾਫੀ ਹੁੰਦਾ ਹੀ ਹੁੰਦਾ ਹੈ। But the other women boasted of town life. Counter argument ਇਹ ਸੀ, ਵਿਰੋਧੀ ਜਿਹੜੀ ਦਲੀਲ ਸੀ, ਜਿਹੜੀ ਵੱਡੀ ਭੈਣ ਹੈਗੀ ਹੈ ਉਹ ਸ਼ਹਿਰ ਦੇ ਜੀਵਨ ਦੀ ਹੀ ਸਾਈਡ ਲੈ ਰਹੀ ਸੀ ਵੀ ਉਹ ਜ਼ਿਆਦਾ ਵਧੀਆ ਹੁੰਦਾ ਹੈ। ਤੀਜਾ ਸਵਾਲ Pacom listened to the women's chatter. Pacom ਨੇ ਔਰਤਾਂ ਦੀ ਗੱਲ ਸੁਣੀ। He startled, brooding and reached a conclusion. What was the conclusion? ਉਹਨੇ ਮਤਲਬ ਸੋਚਣਾ ਸ਼ੁਰੂ ਕਰ ਦਿੱਤਾ ਤੇ ਉਹ ਕਿਸ ਸਿੱਟੇ ਤੇ ਪਹੁੰਚਿਆ ਸੋਚ ਕੇ ਵੀ ਇਹ ਜਿਹੜੀਆਂ ਗੱਲਾਂ ਕਰ ਰਹੀਆਂ ਨੇ ਇਹਦਾ ਕੀ ਮਤਲਬ ਉਹਨੇ ਕੱਢਿਆ। ਆਨਸਰ Pacom did not have enough land. Pacom ਕੋਲ ਜ਼ਿਆਦਾ ਜ਼ਮੀਨ ਨਹੀਂ ਸੀ। He thought if he had plenty of land, he would not fear the devil himself. ਤੇ ਉਸਨੇ ਸੋਚਿਆ ਕਿ ਜੇ ਉਸ ਕੋਲ ਜ਼ਿਆਦਾ ਜ਼ਮੀਨ ਆ ਜਾਂਦੀ ਹੈ ਤਾਂ ਉਹ ਆਪ ਸ਼ੈਤਾਨ ਤੋਂ ਵੀ ਨਹੀਂ ਡਰੇਗਾ। ਐਂਡ ਡਿਸਾਈਡਡ ਟੂ ਬਾਈ ਸਮ ਮੋਰ ਲੈਂਡ। ਤੇ ਉਹਨੇ ਇਹ ਫੈਸਲਾ ਕੀਤਾ ਵੀ ਹੋਰ ਉਹ ਜ਼ਮੀਨ ਖਰੀਦੇਗਾ। ਅੱਗੇ ਚੱਲਦੇ ਹਾਂ। ਚੌਥਾ ਸਵਾਲ When the devil heard Pacom's musings, what did he decide? ਮਿਊਜ਼ਿੰਗ ਦਾ ਮਤਲਬ ਸੋਚ ਵੀ ਜਦੋਂ ਸ਼ੈਤਾਨ ਨੇ ਪਖੌਮ ਦੇ ਬਾਰੇ ਉਹ ਮਤਲਬ ਪਖੌਮ ਕੀ ਸੋਚ ਰਿਹਾ ਉਹਦੇ ਫੈਸਲੇ ਬਾਰੇ ਸੁਣਿਆ ਤਾਂ ਉਹਨੇ ਕੀ ਫੈਸਲਾ ਲਿਆ ਸ਼ੈਤਾਨ ਨੇ। ਆਨਸਰ The devil decided to give Pacom enough land. ਜਿਹੜਾ ਸ਼ੈਤਾਨ ਸੀ ਉਹਨੇ ਇਹ ਫੈਸਲਾ ਲਿਆ ਕਿ ਉਹ ਪਖੌਮ ਨੂੰ ਜਿੰਨਾ ਜ਼ਮੀਨ ਹੈਗੀ ਆ ਉਹ ਉਹਦੇ ਹਿੱਸੇ ਆਣੀ ਆ, ਉਹ ਉਹਨੂੰ ਉਨੀ ਜ਼ਮੀਨ ਦੇ ਦੇਗਾ। And by means of that land, ਤੇ ਉਸ ਜ਼ਮੀਨ ਦੇ ਹਿਸਾਬ ਦੇ ਨਾਲ he decided to get Pacom into his power. ਤੇ ਉਹ ਉਸ ਨੂੰ ਪਖੌਮ ਨੂੰ ਆਪਣੀ ਸ਼ਕਤੀ ਵਿੱਚ ਲਿਆਉਣ ਦਾ ਫੈਸਲਾ ਕੀਤਾ, ਤਾਕਤਵਰ ਬਣਨ ਦਾ ਫੈਸਲਾ ਕੀਤਾ ਵੀ ਹੁਣ ਇਹਨੂੰ ਜ਼ਮੀਨ ਇਹਦੇ ਮਾਲਕ ਬਣਾ ਕੇ ਜ਼ਮੀਨ ਦਾ ਇਹਨੂੰ ਹੁਣ ਮੈਂ ਆਪਣੇ ਕਬਜ਼ੇ ਵਿੱਚ ਕਰ ਲਾਂਗਾ। ਪੰਜਵਾਂ ਸਵਾਲ The estate owner on whose land Pacom was tenant sold her land. Who bought the land? ਉਹ ਜਾਇਦਾਦ ਦੇ ਮਾਲਿਕ, ਐਸਟੇਟ ਦੇ ਮਾਲਿਕ ਜਿਹਦੇ ਤੇ ਪਖੌਮ ਜਿਹੜਾ ਸੀ ਉਹ ਇੱਕ ਮੁਲਾਜ਼ਮ ਵਾਂਗ ਕੰਮ ਕਰ ਰਿਹਾ ਸੀ, ਉਹਨੇ ਆਪਣਾ ਲੈਂਡ ਵੇਚ ਦਿੱਤਾ ਤਾਂ ਉਹ ਜ਼ਮੀਨ ਜਿਹੜੀ ਸੀ ਉਹ ਕਿਸਨੇ ਖਰੀਦੀ? One of Pacom's neighbors bought 50 acres of the land. Pacom ਦਾ ਇੱਕ ਜਿਹੜਾ ਗਵਾਂਢੀ ਸੀ ਉਸਨੇ 50 ਏਕੜ ਜ਼ਮੀਨ ਖਰੀਦ ਲਈ ਸੀ। Pacom also arranged to buy 40 acres of that land. ਤੇ Pacom ਨੇ ਵੀ 40 ਏਕੜ ਜਿਹੜੀ ਜ਼ਮੀਨ ਸੀ ਉਹ ਲੈਂਡ ਦੇ ਲਈ ਇੰਤਜ਼ਾਮ ਕਰ ਲਏ ਸੀ, ਪੈਸੇ ਦਾ ਇੰਤਜ਼ਾਮ ਕਰ ਲਿਆ ਸੀ।
अगला सवाल, How did Pakhom manage to put together the money for buying the land? ਪਖੌਮ ਨੇ ਜ਼ਮੀਨ ਖਰੀਦਣ ਦੇ ਲਈ ਪੈਸੇ ਇਕੱਠੇ ਕਰਨ ਦਾ ਪ੍ਰਬੰਧ ਕਿਵੇਂ ਕੀਤਾ? ਕੀ ਕੀਤਾ ਉਹਨੇ? ਪਖੌਮ sold his colt, ਛੋਟੇ ਵਾਲਾ ਘੋੜੇ ਦਾ ਬੱਚਾ ਉਹਨੇ ਵੇਚ ਦਿੱਤਾ, and half of his bees, ਤੇ ਅੱਧੀ ਮਧੂਮੱਖੀਆਂ ਵੀ ਵੇਚ ਦਿੱਤੀਆਂ. He hired out one of his sons as a laborer, ਤੇ ਉਸਨੇ ਆਪਣੇ ਇੱਕ ਲੜਕੇ ਨੂੰ ਮਜ਼ਦੂਰੀ ਵਜੋਂ ਕੰਮ ਤੇ ਲਾ ਦਿੱਤਾ, and took his wages in advance, ਤੇ ਉਸਦੀ ਤਨਖਾਹ ਮਜ਼ਦੂਰੀ ਦੀ ਪਹਿਲਾਂ ਹੀ ਲੈ ਲਈ ਐਡਵਾਂਸ ਦੇ ਵਿੱਚ. He also borrowed some money from his brother-in-law, ਤੇ ਉਸਨੇ ਕੁਝ ਜਿਹੜਾ ਪੈਸਾ ਹੈਗਾ ਉਹ ਆਪਣੇ ਜੀਜੇ ਤੋਂ ਵੀ ਉਧਾਰ ਵਿੱਚ ਲੈ ਲਿਆ. ਅੱਗੇ ਚੱਲਦੇ ਹਾਂ, 7ਵਾਂ ਸਵਾਲ, Pakhom met a stranger one day. Who was this stranger? What information did he give to Pakhom? Pakhom ਇੱਕ ਦਿਨ ਇੱਕ ਅਜਨਬੀ ਨੂੰ ਮਿਲਿਆ. ਇਹ ਅਜਨਬੀ ਕੌਣ ਸੀ ਤੇ ਉਸਨੇ Pakhom ਨੂੰ ਕੀ ਜਾਣਕਾਰੀ ਦਿੱਤੀ? ਆਨਸਰ, This stranger was a peasant. ਇਹ ਜਿਹੜਾ ਅਜਨਬੀ ਸੀ ਇਹ ਬੇਸਿਕਲੀ ਕਿਸਾਨ ਸੀ. He told Pakhom that he had come from beyond the Volga, ਤੇ ਉਹਨੇ ਦੱਸਿਆ ਵੀ ਉਹ ਵੋਲਗਾ ਤੋਂ ਵੀ ਪਿੱਛਾ ਤੋਂ ਆਇਆ ਹੈਗਾ. He said that the land there was very fertile, ਤੇ ਉਸਨੇ ਇਹ ਦੱਸਿਆ ਉਸਨੂੰ ਵੀ ਉੱਥੇ ਜਿਹੜੀ ਜ਼ਮੀਨ ਹੈਗੀ ਹੈ ਉਹ ਬਹੁਤ ਜ਼ਿਆਦਾ ਉਪਜਾਊ ਹੈਗੀ ਹੈ, ਵਧੀਆ ਹੈਗੀ ਹੈ. The rye sown on it grew as high as a horse, ਤੇ ਉਹਦੇ ਤੇ ਜੇ ਰਾਈ ਬੀਜੀ ਜਾਂਦੀ ਹੈ ਤਾਂ ਉਹ ਇੰਨੀ ਵੱਡੀ ਹੋ ਜਾਂਦੀ ਹੈ ਜਿੰਨਾ ਇੱਕ ਘੋੜੇ ਦਾ ਸਾਈਜ਼ ਜਾਂ ਹਾਈਟ. 8ਵਾਂ ਸਵਾਲ, A trader told Pakhom something about the land of Bakshirs. What was it? ਇੱਕ ਵਪਾਰੀ ਨੇ Pakhom ਨੂੰ ਬਖਸ਼ੀਰ ਦੇ ਲੈਂਡ ਬਾਰੇ ਕੁਝ ਦੱਸਿਆ ਸੀ ਤੇ ਉਹ ਕੀ ਦੱਸਿਆ ਸੀ? 8ਵਾਂ ਆਨਸਰ, He told Pakhom that Bakshirs had plenty of land. ਉਸਨੇ Pakhom ਨੂੰ ਦੱਸਿਆ ਕਿ ਬਖਸ਼ੀਰਾਂ ਕੋਲ ਕਾਫੀ ਜ਼ਮੀਨ ਸੀ. It was near a river and was very fertile. ਤੇ ਉਹ ਜਿਹੜੀ ਜ਼ਮੀਨ ਸੀ ਇੱਕ ਨਦੀ ਦੇ ਨੇੜੇ ਸੀ ਤੇ ਉਹ ਬਹੁਤ ਉਪਜਾਊ ਸੀ. They sold it at a very low price, 13,000 acres for only 1,000 rubles. ਤੇ ਉਸਨੇ ਇਹ ਦੱਸਿਆ ਸੀ ਵੀ ਉਹ ਜ਼ਮੀਨ ਨੂੰ ਬਹੁਤ ਘੱਟ ਦਾਮ ਤੇ ਵੇਚਦੇ ਨੇ. ਕਿੰਨੀ ਜ਼ਮੀਨ? 13,000 ਏਕੜ ਨੂੰ ਸਿਰਫ 1000 ਰੂਬਲਸ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ. 9ਵਾਂ ਸਵਾਲ, Who were Bakshirs? How did Pakhom make friends with them? ਵੀ ਬਖਸ਼ੀਰਸ ਕੌਣ ਸੀ ਤੇ Pakhom ਨੇ ਉਹਨਾਂ ਦੀ ਦੋਸਤੀ ਕਿਵੇਂ ਜਿੱਤੀ ਹੈ, ਉਹਨਾਂ ਨੂੰ ਦੋਸਤ ਕਿਵੇਂ ਬਣਾਇਆ? Bakshirs were very simple people. ਬਖਸ਼ੀਰਸ ਬੜੇ ਸਾਦੇ ਜਿਹੇ ਲੋਕ ਸੀਗੇ. They lived in tents. ਉਹ ਤੰਬੂਆਂ ਵਿੱਚ ਰਹਿੰਦੇ ਸੀ. They had plenty of land. ਉਹਨਾਂ ਕੋਲ ਕਾਫੀ ਜ਼ਮੀਨ ਸੀ. Pakhom made friends with them by giving them various gifts. Pakhom ਨੇ ਉਹਨਾਂ ਨੂੰ ਵੱਖ-ਵੱਖ ਤੋਹਫੇ ਦੇ ਕੇ ਉਹਨਾਂ ਨੂੰ ਦੋਸਤ ਬਣਾ ਲਿਆ. ਅੱਗੇ ਚੱਲਦੇ ਹਾਂ, 10ਵਾਂ ਸਵਾਲ, Bakshirs wanted to repay Pakhom for his gifts. What did Pakhom want from them? ਬਖਸ਼ੀਰਸ ਜਿਹੜੇ ਸੀ ਉਹ ਜਿਹੜੇ ਤੋਹਫੇ ਉਹਨਾਂ ਨੇ Pakhom ਤੋਂ ਲਏ ਸੀ ਉਹਨੂੰ ਰੀਪੇ ਕਰਨਾ ਚਾਹੁੰਦੇ ਸੀ, ਯਾਨੀ ਉਹਨੂੰ ਵਾਪਸ ਕਰਨਾ ਚਾਹੁੰਦੇ ਸੀ ਕਿਸੇ ਨਾ ਕਿਸੇ ਤਰੀਕੇ ਨਾਲ. ਤੇ Pakhom ਨੇ ਉਹਨਾਂ ਤੋਂ ਕੀ ਮੰਗਿਆ ਵੀ ਮੈਨੂੰ ਕੀ ਚਾਹੀਦਾ ਤੋਹਫੇ ਦੇ ਬਦਲੇ? Pakhom wanted from them their land. Pakhom ਨੂੰ ਉਹਨਾਂ ਤੋਂ ਉਹਨਾਂ ਦੀ ਜ਼ਮੀਨ ਚਾਹੀਦੀ ਸੀ. It was for this purpose only that he had come there. ਤੇ ਉਹ ਇਸੇ ਮਕਸਦ ਨਾਲ ਉਹਨਾਂ ਕੋਲ ਆਇਆ ਸੀ ਤੇ ਉਹਨਾਂ ਨੂੰ ਤੋਹਫੇ ਦੇ ਰਿਹਾ ਸੀ. 11ਵਾਂ ਸਵਾਲ, Our price is always the same, 1,000 rubles a day, the chief said. What did he mean? ਸਾਡੀ ਕੀਮਤ ਹਮੇਸ਼ਾ ਇੱਕੋ ਜਿਹੀ ਹੁੰਦੀ ਹੈ, ਯਾਨੀ ਇੱਕ ਦਿਨ ਦਾ 1000 ਰੂਬਲ. ਮੁਖੀਆ ਨੇ ਇਹ ਗੱਲ ਕਹੀ ਸੀ, ਇਹਦਾ ਕੀ ਮਤਲਬ ਸੀ? ਆਨਸਰ, The Bakshirs did not sell their land by acres. ਬਖਸ਼ੀਰ ਆਪਣਾ ਜਿਹੜਾ ਜ਼ਮੀਨ ਸੀ ਉਹ ਏਕੜ ਦੇ ਹਿਸਾਬ ਨਾਲ ਨਹੀਂ ਵੇਚਦੇ ਸੀ. They sold it by the day. ਉਹ ਦਿਨ ਦੇ ਹਿਸਾਬ ਨਾਲ ਵੇਚਦੇ ਸੀ. It meant one could have for 1,000 rubles as much land as one could walk around in one day. ਕਹਿਣ ਦਾ ਮਤਲਬ ਕਿ ਇੱਕ ਵਿਅਕਤੀ 1000 ਰੂਬਲ ਦੇ ਵਿੱਚ ਉਨੀ ਜ਼ਮੀਨ ਲੈ ਸਕਦਾ ਸੀ ਜਿੰਨੀ ਕਿ ਉਹ ਇੱਕ ਦਿਨ ਦੇ ਵਿੱਚ ਤੈਅ ਕਰ ਸਕੇ. ਜਿੱਥੋਂ ਸ਼ੁਰੂ ਕਰੇ ਉੱਥੇ ਹੀ ਮੁੜ ਕੇ ਉਹਨੂੰ ਸੂਰਜ ਢਲਣ ਤੋਂ ਪਹਿਲਾਂ ਵਾਪਸ ਆਣਾ ਸੀ. ਉਨੀ ਜ਼ਮੀਨ ਉਹ 1000 ਰੂਬਲ ਦੇ ਵਿੱਚ ਖਰੀਦ ਸਕਦਾ ਸੀ. 12ਵਾਂ ਸਵਾਲ, On what condition did the chief agree to sell land to Pakhom? ਜਿਹੜਾ ਸਰਦਾਰ ਸੀ ਉਹ ਕਿਸ ਸ਼ਰਤ ਤੇ Pakhom ਨੂੰ ਜ਼ਮੀਨ ਵੇਚਣ ਦੇ ਲਈ
ਉਹਨੇ ਮਨਜ਼ੂਰੀ ਦੇ ਦਿੱਤੀ ਸੀ। For 1000 rubles, 1000 rubles ਦੇ ਵਿੱਚ ਮਨਜ਼ੂਰੀ ਦਿੱਤੀ ਸੀ। Pakhom could have as much land as he could walk around in a day, ਵੀ ਇੱਕ ਦਿਨ ਦੇ ਵਿੱਚ ਜਿੰਨਾ ਲੈਂਡ ਜ਼ਮੀਨ ਉਹ ਤੈਅ ਕਰ ਲੈਂਦਾ ਉਨੀ ਜ਼ਮੀਨ ਉਹਦੀ। But there was one condition, ਸ਼ਰਤ ਇੱਕ ਸੀ, he had to come back to the starting point before sunset, ਯਾਨੀ ਉਸਨੂੰ ਸੂਰਜ ਡੁੱਬਣ ਤੋਂ ਪਹਿਲਾਂ ਜਿੱਥੇ ਉਹਨੇ ਸ਼ੁਰੂਆਤ ਕੀਤੀ ਸੀ ਉੱਥੇ ਵਾਪਸ ਪਰਤਣਾ ਸੀ, ਵਾਪਸ ਆਣਾ ਸੀ, ਤਾਂ ਉਹ ਜ਼ਮੀਨ ਉਹਦੀ ਹੋ ਜਾਂਦੀ। 13ਵਾਂ ਸਵਾਲ, what is the moral of the story? ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? Man's physical needs on this earth are not many. ਇਸ ਧਰਤੀ ਤੇ ਇਨਸਾਨ ਦੀ ਜਿਹੜੀ ਮਨੁੱਖ ਦੀ ਜਿਹੜੀ ਸਰੀਰਿਕ ਲੋੜਾਂ ਹੈਗੀਆਂ ਨੇ ਉਹ ਜ਼ਿਆਦਾ ਨਹੀਂ ਹੈਗੀਆਂ। Yet he keeps hungering for them all his life. ਪਰ ਫਿਰ ਵੀ ਉਹ ਸਾਰੀ ਜ਼ਿੰਦਗੀ ਭੁੱਖਾ ਰਹਿੰਦਾ ਵੀ ਇਹ ਵੀ ਮਿਲ ਜੇ, ਇਹ ਵੀ ਮਿਲ ਜੇ, ਇਹ ਵੀ ਮਿਲ ਜੇ। He never feels satisfied till he meets his end. ਜਦ ਤੱਕ ਉਹ ਮਰ ਨਹੀਂ ਜਾਂਦਾ ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ, ਯਾਨੀ ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਆ ਵੀ ਮਿਲ ਜੇ, ਆ ਵੀ ਮਿਲ ਜੇ, ਚੱਲਦੀਆਂ ਰਹਿੰਦੀਆਂ ਤਾਂ ਜ਼ਿੰਦਗੀ ਸਾਰੀ ਉਮਰ ਹੈ ਨਾ। ਅਖੀਰ ਦੇ ਵਿੱਚ ਤਾਂ ਬੰਦੇ ਨੂੰ ਦਫਨ ਹੋਣ ਦੇ ਲਈ ਉਨੀ ਗੱਜ ਜ਼ਮੀਨ ਚਾਹੀਦੀ ਹੁੰਦੀ ਹੈ ਜਿੰਨਾ ਉਹਦਾ ਸਾਈਜ਼ ਹੁੰਦਾ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਆਨਸਰ ਵੀ ਮੈਨੂੰ ਦੱਸ ਸਕਦੇ ਹੋ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਨਸਰ ਜ਼ਰੂਰ ਦੱਸਿਓ ਮੈਨੂੰ। ਟਿਲ ਦੈਨ ਟੇਕ ਕੇਅਰ, ਬਾਏ ਬਾਏ।